ਹਾਂਜੀ ਬੱਚਿਓ, ਕੰਬੋਜ ਮੈਥਡ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਚੈਨਲ ਤੇ ਆਪਾਂ ਮੈਥ ਮਾਸਟਰ ਕੈਡਰ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਅੱਜ ਆਪਣੇ ਕੋਲ ਨਿਊ ਚੈਪਟਰ ਸਟਾਰਟ ਹੈ ਟ੍ਰਿਗਨੋਮੈਟਰੀ। ਆਪਣਾ ਇਹ ਥਰਡ ਚੈਪਟਰ ਹੈ। ਤਾਂ ਸਭ ਤੋਂ ਆਪਾਂ ਪਹਿਲਾਂ ਇੰਟਰੋਡਕਸ਼ਨ ਕਰਾਂਗੇ। ਇੰਟਰੋਡਕਸ਼ਨ ਟ੍ਰਿਗਨੋਮੈਟਰੀ ਡਰਾਈਵ ਕਿੱਥੋਂ ਹੋਈ ਹੈ, ਠੀਕ ਹੈ। ਦੀ ਵਰਡ trigonometry was derived from two Greek words trigonon and metron, ठीक है। ਤਾਂ ਆਪਣੇ ਕੋਲ ਟੂ ਗ੍ਰੀਕ ਵਰਡਸ ਨੇ ਟ੍ਰਿਗਨਨ ਐਂਡ ਮੈਟਰਨਸ, METRON। The word trigonon stand for triangles and metron means measure, ठीक है। ਤਾਂ ਆਪਣੇ ਕੋਲ ਟ੍ਰਿਗਨਨ ਐਂਡ ਮੈਟਰਨ ਟੂ ਵਰਡਸ ਨੇ, ਗ੍ਰੀਕ ਵਰਡਸ। ਟ੍ਰਿਗਨਨ ਦਾ ਮੀਨਸ ਆਪਣੇ ਕੋਲ 3 ਐਂਗਲਸ ਐਂਡ ਮੈਟਰਨ ਦਾ ਮੀਨਸ ਆਪਣੇ ਕੋਲ ਮੇਜ਼ਰਸ, ਠੀਕ ਹੈ। ਤਾਂ ਹੈਂਸ trigonometry means science of measuring triangles। ਤਾਂ 3 ਐਂਗਲਸ ਹੈਗੇ ਆਪਣੇ ਕੋਲ। ਤਾਂ ਆਪਾਂ ਨੂੰ ਪਤਾ 3 ਐਂਗਲਸ ਦੀ ਡਾਇਗਰਾਮ ਆਪਣੇ ਕੋਲ ਕੀ ਬਣਦੀ ਆ, ਫਿਗਰ ਕੀ ਬਣਦੀ ਆ, ਟ੍ਰਾਇੰਗਲਸ ਬਣਦੀ ਆ, ਠੀਕ ਹੈ। ਤਾਂ ਟ੍ਰਿਗਨੋਮੈਟਰੀਜ਼ ਦੇ ਵਿੱਚ ਆਪਾਂ ਕੀ ਕਰਦੇ ਆ, ਟ੍ਰਾਇੰਗਲਸ ਦੀ ਮੇਜ਼ਰਮੈਂਟ ਕਰਦੇ ਆ। ਤਾਂ ਇਸ ਨੂੰ ਆਪਾਂ ਕੀ ਕਵਾਂਗੇ, ਸਾਇੰਸ ਆਫ ਮੇਜ਼ਰਿੰਗ ਟ੍ਰਾਇੰਗਲਸ, ਠੀਕ ਹੈ। ਤਾਂ ਇਹ ਆਪਣੇ ਕੋਲ ਇੰਟਰੋਡਕਸ਼ਨ ਸੀ ਟ੍ਰਿਗਨੋਮੈਟਰੀ ਦੀ। ਤਾਂ ਉਸ ਤੋਂ ਬਾਅਦ ਆਪਣੇ ਕੋਲ ਸਭ ਤੋਂ ਪਹਿਲਾਂ ਐਂਗਲਸ ਆਉਂਦੇ ਆ, ਠੀਕ ਹੈ। ਤਾਂ ਐਂਗਲਸ ਕੀ ਹੁੰਦੇ ਆ ਆਪਾਂ ਦੇਖਦੇ ਆ। ਤਾਂ ਆਪਾਂ ਸਭ ਤੋਂ ਪਹਿਲਾਂ ਇੱਕ ਫਿਕਸਡ ਪੁਆਇੰਟ ਲੈ ਲਿਆ O, ਠੀਕ ਹੈ। ਫਿਕਸਡ ਪੁਆਇੰਟ ਤੋਂ ਇੱਕ ਆਪਾਂ ਲਾਈਨ ਡਰਾ ਕਰਤੀ OX, ਠੀਕ ਹੈ। ਉਹ ਆਪਣੇ ਕੋਲ ਕੀ ਹੈ, ਇੱਕ ਫਿਕਸਡ ਪੁਆਇੰਟ ਹੈ। ਤਾਂ ਇੱਕ ਪਲੇਨ ਤੇ ਜਦੋਂ ਆਪਾਂ ਇਹ OX ਲਾਈਨ ਲਿੱਤੀ, ਠੀਕ ਹੈ। ਤਾਂ ਜਦੋਂ ਆਪਾਂ ਇਸ ਨੂੰ ਰੋਟੇਟ ਕਰਿਆ, ਕਿਸੇ ਵੀ ਡਾਇਰੈਕਸ਼ਨ 'ਚ ਕਰ ਲਈਏ, ਇੱਧਰ ਦੀ ਕਰ ਲਈਏ ਜਾਂ ਫਿਰ ਇੱਧਰ ਦੀ ਕਰ ਲਈਏ, ਤਾਂ ਆਪਾਂ ਮੰਨ ਕੇ ਚੱਲੀਏ ਵੀ ਆਪਾਂ ਰੋਟੇਟ ਕਰਨ ਤੇ ਇਹ ਵਾਲੀ ਜਿਹੜੀ ਆਪਣੇ ਕੋਲ OX ਲਾਈਨ ਹੈ ਉਹ ਆਪਣੇ ਕੋਲ ਇਸ ਪੋਜੀਸ਼ਨ ਤੇ ਆ ਗਈ ਆ। ਤਾਂ ਇਸ ਪੋਜੀਸ਼ਨ ਤੇ ਜਦੋਂ ਆ ਗਈ ਆ ਤਾਂ ਆਪਾਂ ਇਹ ਐਂਡ ਵਾਲੀ ਪੋਜੀਸ਼ਨ ਹੋ ਗਈ, ਤਾਂ ਆਪਾਂ ਇਸ ਦਾ ਨਾਮ ਕੀ ਰੱਖਤਾ OP, ਠੀਕ ਹੈ। ਤਾਂ OX ਪਹਿਲਾਂ ਸੀ, ਇਨੀਸ਼ੀਅਲ ਸਟੇਜ ਤੇ ਕੀ ਸੀ ਆਪਣੇ ਕੋਲ OX ਲਾਈਨ ਸੀ। ਜਦੋਂ ਇਹਨੂੰ ਰੋਟੇਟ ਕਰਿਆ, ਠੀਕ ਹੈ, ਰੋਟੇਟ ਕਰਨ ਤੋਂ ਬਾਅਦ ਆਪਣੇ ਕੋਲ OP ਪੋਜੀਸ਼ਨ ਤੇ OX ਵਾਲੀ ਲਾਈਨ ਆ ਗਈ, ਠੀਕ ਹੈ। ਐਂਡ ਇਹਦਾ ਕਿੱਥੇ ਹੋ ਗਿਆ, OP ਤੇ। ਤਾਂ ਜੋ ਆਪਣੇ ਕੋਲ XOP ਡਰਾਈਵ ਹੋ ਰਿਹਾ ਉਸ ਨੂੰ ਆਪਾਂ ਕੀ ਕਵਾਂਗੇ, ਐਂਗਲ। ਮਤਲਬ ਕੀ ਹੈ ਕਿ ਆਪਣੇ ਕੋਲ ਕਿੰਨੀ ਇਹ ਲਾਈਨ ਕਿੰਨੀ ਰੋਟੇਟ ਕਰੀ ਹੈ ਉਸ ਨੂੰ ਆਪਾਂ ਕੀ ਕਵਾਂਗੇ, ਐਂਗਲ ਕਵਾਂਗੇ। ਉਸ ਨੂੰ ਆਪਾਂ ਇਸ ਤਰ੍ਹਾਂ ਵੀ ਮੇਜ਼ਰ ਕਰ ਸਕਦੇ ਹਾਂ ਔਰ ਇਸ ਤਰ੍ਹਾਂ ਵੀ ਮੇਜ਼ਰ ਕਰ ਸਕਦੇ ਹਾਂ। ਤਾਂ ਆਪਾਂ ਕੀ ਲਿਖਾਂਗੇ, let a revolving line ਕਿਉਂ ਹੈ, ਕਿਉਂਕਿ ਇਹ ਆਪਾਂ ਰੋਟੇਟ ਕਰੀ ਹੈ, ਘੁੰਮ ਰਹੀ ਹੈ, ਠੀਕ ਹੈ। ਤਾਂ let a revolving line starting from OX, ਇਸ ਦੀ ਸਟਾਰਟਿੰਗ ਕਿੱਥੋਂ ਹੋ ਰਹੀ ਹੈ, OX ਤੋਂ ਹੋ ਰਹੀ ਹੈ। revolve in a plane
अबाउट ए फिक्स्ड पॉइंट ओ। ठीक है, ਤਾਂ ਆਪਣੇ ਕੋਲ ਕੀ ਹੈ, ਰਿਵੋਲਵ ਕਰ ਲਈ ਹੈ ਇੱਕ ਪਲੇਨ ਦੇ ਵਿੱਚ ਜਿਸ ਦਾ ਫਿਕਸਡ ਪੁਆਇੰਟ ਕੀ ਆਪਣੇ ਕੋਲ ਉਹ ਹੈਗਾ। ਠੀਕ ਹੈ, ਐਂਡ ਟੇਕ ਦੀ ਪੋਜੀਸ਼ਨ ਉਹ ਪੀ। ਤਾਂ ਜਦੋਂ ਰੋਟੇਟ ਹੋਈ ਰਿਵੋਲਵ ਕਰਕੇ ਇਹਨੇ ਪੋਜੀਸ਼ਨ ਕਿਹੜੀ ਲੈ ਲਈ, ਉਹ ਪੀ ਲੈ ਲਈ। ਠੀਕ ਹੈ, then we say that the line has traced out एंगल XOP। ਤਾਂ ਆਪਾਂ ਕੀ ਕਵਾਂਗੇ ਕਿ ਆਪਣੇ ਕੋਲ ਜੋ ਇਹ ਐਂਗਲ ਬਣਿਆ ਕਿਸ ਤਰ੍ਹਾਂ ਬਣਿਆ, OX ਨੂੰ OX ਲਾਈਨ ਰਿਵੋਲਵ ਹੋਣ ਦੇ ਕਰਕੇ ਜੋ ਆਪਣੇ ਕੋਲ ਉਸ ਦੀ ਲਾਸਟ ਵਾਲੀ ਪੋਜੀਸ਼ਨ OP ਆਈ ਹੈ, ਤਾਂ ਉਸ ਤੋਂ ਜੋ ਆਪਣੇ ਕੋਲ ਐਂਗਲ XOP ਬਣਿਆ ਉਹ ਆਪਣੇ ਕੋਲ ਕੀ ਹੁੰਦਾ, ਐਂਗਲ ਹੁੰਦਾ। ਤਾਂ ਉਸ ਨੂੰ ਮੇਜ਼ਰ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ, ਐਂਟੀ ਕਲੋਕਵਾਈਜ਼ ਔਰ ਕਲੋਕਵਾਈਜ਼ ਵੀ ਕਰ ਸਕਦੇ ਹਾਂ। ਠੀਕ ਹੈ, ਤਾਂ ਹੁਣ ਇਸ ਦੇ ਵਿੱਚ ਆਪਾਂ ਕੀ ਕੀ ਗੱਲਾਂ ਨੋਟ ਕਰਾਂਗੇ। ਆਪਣੇ ਕੋਲ ਕੀ ਹੈ, OX ਲਾਈਨ, ਠੀਕ ਹੈ, ਇੱਕ ਐਂਗਲ ਆਪਣੇ ਕੋਲ ਤੇ OP ਲਾਈਨ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਹੈ, ਇਹ ਕਲੋਕਵਾਈਜ਼ ਹੈ ਔਰ ਇਸ ਤਰ੍ਹਾਂ ਐਂਟੀ ਕਲੋਕਵਾਈਜ਼ ਹੈ। ਤਾਂ ਅਗਰ ਆਪਾਂ ਨੋਟ ਕਰੀਏ ਤਾਂ ਆਪਣੇ ਕੋਲ ਫਸਟ ਕੀ ਹੈ, ਜੋ ਆਪਣੇ ਕੋਲ ਲਾਈਨ OX ਹੈ ਉਸ ਨੂੰ ਆਪਾਂ ਕੀ ਕਵਾਂਗੇ, OX is called the initial side। ਠੀਕ ਹੈ, ਤਾਂ ਆਪਣੇ ਕੋਲ OX ਜੋ ਲਾਈਨ ਹੈ ਉਹਨੂੰ ਕੀ ਕਵਾਂਗੇ, ਇਨੀਸ਼ੀਅਲ ਸਾਈਡ ਕਵਾਂਗੇ। ਠੀਕ ਹੈ, ਉਸ ਤੋਂ ਬਾਅਦ ਜੋ ਆਪਣੇ ਕੋਲ ਫਿਕਸਡ ਪੁਆਇੰਟ ਹੈ ਉਹ ਆਪਣੇ ਕੋਲ ਕੀ ਹੈ, ਫਿਕਸਡ ਪੁਆਇੰਟ is called the vertex। ਤਾਂ ਉਹਨੂੰ ਆਪਾਂ ਕੀ ਕਵਾਂਗੇ, vertex ਕਹਿੰਦੇ ਆ। ਠੀਕ ਹੈ, ਲਾਈਨ OP is called the terminal line। ਤਾਂ ਜੋ ਆਪਣੇ ਕੋਲ OP ਲਾਈਨ ਹੈ ਉਸ ਨੂੰ ਆਪਾਂ ਕੀ ਕਵਾਂਗੇ, ਟਰਮੀਨਲ ਸਾਈਡ। ਠੀਕ ਹੈ, ਮਤਲਬ ਜਿੱਥੇ ਜਾ ਕੇ ਐਂਡ ਹੁੰਦੀ ਹੈ ਉਹ ਆਪਣੇ ਕੋਲ ਕੀ ਹੁੰਦੀ ਹੈ, ਟਰਮੀਨਲ ਲਾਈਨ। ਠੀਕ ਹੈ, ਟਰਮੀਨਲ ਸਾਈਡ। ਉਸ ਤੋਂ ਬਾਅਦ ਫੋਰਥ ਆਪਣੇ ਕੋਲ ਕੀ ਹੈ, ਜੋ ਆਪਣੇ ਕੋਲ ਐਂਗਲ ਹੈ। ਆਪਾਂ ਦੇਖਿਆ ਸੀ ਐਂਟੀ ਕਲੋਕਵਾਈਜ਼ ਔਰ ਕਲੋਕਵਾਈਜ਼ ਦੋਨੋਂ ਸਾਈਡਸ ਤੋਂ ਆਪਾਂ ਮੇਜ਼ਰ ਕਰ ਸਕਦੇ ਹਾਂ। ਤਾਂ ਐਂਗਲ ਆਪਣੇ ਕੋਲ XOP ਜੋ ਆ ਰਿਹਾ ਹੈ ਉਹ ਆਪਣੇ ਕੋਲ ਇਜ਼ पॉजिटिव और नेगेटिव, पॉजिटिव और नेगेटिव according as it traced out in anti-clockwise or clockwise direction by the revolving line। revolving line। ਤਾਂ ਆਪਣੇ ਕੋਲ ਕੀ ਹੈ, ਜੋ ਐਂਗਲ XOP ਹੈ ਉਹ ਪੋਜ਼ਿਟਿਵ ਹੋਏਗਾ ਅਗਰ ਆਪਾਂ ਉਸ ਨੂੰ ਐਂਟੀ ਕਲੋਕਵਾਈਜ਼ ਮੇਜ਼ਰ ਕਰਾਂਗੇ, ਔਰ ਨੈਗੇਟਿਵ ਉਸ ਟਾਈਮ ਹੋਏਗਾ ਜਦੋਂ ਆਪਾਂ ਉਸ ਨੂੰ ਕਲੋਕਵਾਈਜ਼ ਮੇਜ਼ਰ ਕਰਾਂਗੇ। ਤਾਂ ਮਤਲਬ ਕਿ ਆਪਣੇ ਕੋਲ ਅਗਰ ਇਸ ਤਰ੍ਹਾਂ ਮੇਜ਼ਰ ਕਰਾਂਗੇ ਤਾਂ ਆਪਣੇ ਕੋਲ ਪੋਜ਼ਿਟਿਵ ਐਂਗਲ ਹੋਏਗਾ ਇਹ ਵਾਲਾ X OX ਐਂਡ P। ਠੀਕ ਹੈ, ਅਗਰ ਇਸ ਨੂੰ ਆਪਾਂ ਐਂਟੀ ਕਲੋਕਵਾਈਜ਼ ਮੇਜ਼ਰ ਕਰਾਂਗੇ ਤਾਂ ਇਹ ਆਪਣੇ ਕੋਲ ਕੀ ਹੈ, ਇਸ ਐਂਗਲ ਨੂੰ ਆਪਾਂ ਕੀ ਲਵਾਂਗੇ, ਨੈਗੇਟਿਵ ਐਂਗਲ ਲਵਾਂਗੇ। ਠੀਕ ਹੈ, ਤਾਂ ਇਹ ਆਪਾਂ ਧਿਆਨ ਰੱਖਣਾ ਹੈ। ਉਹਨੂੰ ਆਪਾਂ ਕੀ ਕਹਿੰਦੇ ਆ, ਵਰਟੈਕਸ ਨੂੰ, ਫਿਕਸਡ ਪੁਆਇੰਟ ਨੂੰ ਵਰਟੈਕਸ ਕਹਿੰਦੇ ਆ। OX ਜੋ ਲਾਈਨ ਆਪਣੇ ਕੋਲ ਇਹ ਵਾਲੀ ਇਹ ਟਰਮੀਨਲ ਲਾਈਨ ਹੈ, ਉਹ ਸੌਰੀ ਇਨੀਸ਼ੀਅਲ ਲਾਈਨ ਹੈ, ਇਨੀਸ਼ੀਅਲ ਸਾਈਡ। ਔਰ ਜੋ ਆਪਣੇ ਕੋਲ OP ਲਾਈਨ ਹੈ ਇਹ ਆਪਣੇ ਕੋਲ ਕਿਹੜੀ ਹੈ, ਟਰਮੀਨਲ ਸਾਈਡ ਆਪਣੇ ਕੋਲ ਹੈ। ਠੀਕ ਹੈ, ਤਾਂ ਇਹਨਾਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਕੁਆਡਰੈਂਟਸ।
ਕੁਆਡਰੈਂਟਸ। ਤਾਂ ਕੁਆਡਰੈਂਟਸ ਕੀ ਹੁੰਦੇ ਆ? ਅਗਰ ਆਪਾਂ ਇੱਕ ਪਲੇਨ ਤੇ ਦੋ ਲਾਈਨਸ ਜੋ ਕਿ ਇੰਟਰਸੈਕਸ਼ਨ ਕਰ ਰਹੀਆਂ ਉਹ ਡਰਾ ਕਰ ਦਈਏ, ਠੀਕ ਹੈ, ਦੋ ਲਾਈਨਸ ਇੱਕ ਪਲੇਨ ਤੇ ਇੰਟਰਸੈਕਸ਼ਨ ਕਰ ਰਹੀਆਂ, ਤਾਂ ਇਹ ਲਾਈਨਸ ਇੱਕ ਪਲੇਨ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕਰ ਰਹੀਆਂ, ਠੀਕ ਹੈ। ਤਾਂ ਆਪਾਂ ਕੀ ਕਵਾਂਗੇ ਕਿ ਇਹ ਜੋ ਆਪਣੇ ਕੋਲ 4 ਪਾਰਟਸ ਬਣ ਰਹੀ ਹੈ 1 2 3 4, ਇਹ ਆਪਣੇ ਕੋਲ ਕੀ ਹੁੰਦੇ ਆ? ਕੁਆਡਰੈਂਟਸ ਹੁੰਦੇ ਆ। ਬਟ ਆਪਣੇ ਕੋਲ ਇੱਥੇ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਣੇ ਕੋਲ ਜੋ ਕੁਆਡਰੈਂਟਸ ਦੀ ਸਹੀ ਡੈਫੀਨੇਸ਼ਨ ਹੈ ਉਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ ਕਿ ਦੋ ਲਾਈਨਸ ਇਹੋ ਜਿਹੀਆਂ ਪਲੇਨ ਤੇ ਲੈਣੀ ਹੈ ਜੋ ਕਿ ਆਪਸ ਦੇ ਵਿੱਚ ਇੰਟਰਸੈਕਸ਼ਨ ਹੋ ਰਹੀ ਹੈ, ਪਰ ਉਹ ਇੰਟਰਸੈਕਸ਼ਨ ਕਿੱਥੇ ਹੋ ਰਹੀ ਹੈ? ਮਿਊਚੁਅਲੀ ਪਰਪੈਂਡੀਕੂਲਰ ਹੋ ਰਹੀਆਂ ਆਪਸ ਦੇ ਵਿੱਚ, ਠੀਕ ਹੈ। ਮਤਲਬ ਕਿ ਆਪਣੇ ਕੋਲ ਉਹਨਾਂ ਤੋਂ ਜੋ ਇੰਟਰਸੈਕਸ਼ਨ ਹੈ ਉਹ ਮਿਊਚੁਅਲੀ ਪਰਪੈਂਡੀਕੂਲਰ ਹੈ, 90 ਡਿਗਰੀ ਐਂਗਲ ਇੱਥੇ ਬਣ ਰਿਹਾ। ਤਾਂ ਆਪਣੇ ਕੋਲ ਇਹ ਕੀ ਕਹਾਉਣਗੇ? ਕੁਆਡਰੈਂਟਸ ਕਹਾਉਣਗੇ, ਠੀਕ ਹੈ। ਤਾਂ ਇਹ ਫਸਟ, ਸੈਕਿੰਡ, ਥਰਡ ਔਰ ਇਹ ਫੋਰਥ ਕੁਆਡਰੈਂਟ ਹੁੰਦਾ। ਤਾਂ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਕਿ ਜੋ ਲਾਈਨਸ ਹੈਗੀਆਂ ਇੰਟਰਸੈਕਸ਼ਨ ਹੋ ਰਹੀਆਂ ਉਹ ਆਪਣੇ ਕੋਲ ਮਿਊਚੁਅਲੀ ਪਰਪੈਂਡੀਕੂਲਰਸ ਹੋ ਰਹੀਆਂ, ਠੀਕ ਹੈ। ਤਾਂ ਅਗਰ ਆਪਾਂ ਇਹਦੀ ਡੈਫੀਨੇਸ਼ਨ ਦੇਖੀਏ ਤਾਂ ਆਪਾਂ ਕੀ ਲਿਖਾਂਗੇ ਉਸ ਦੇ ਵਿੱਚ? ਆਪਾਂ ਆਪਣੇ ਕੋਲ ਇੱਧਰ y ਹੁੰਦਾ, ਇਹ x ਹੈ, ਇਹ x ਡੈਸ਼ ਹੈ ਔਰ ਨੀਚੇ y ਡੈਸ਼ ਹੈ, ਠੀਕ ਹੈ। ਔਰ ਸੈਂਟਰ ਨੂੰ ਆਪਾਂ ਕੀ ਪੁਆਇੰਟ ਨਾਮ ਦੇਤਾ? ਉਹ ਨਾਮ ਦੇਤਾ, ਠੀਕ ਹੈ। ਤਾਂ ਆਪਾਂ ਅਗਰ ਡੈਫੀਨੇਸ਼ਨ ਲਿਖੀਏ ਤਾਂ ਕੀ ਲਿਖਾਂਗੇ? ਲੈਟ x o x ਡੈਸ਼ and y o y dash be two mutually perpendicular lines in any plane, ठीक है। these line divided the plane into 4 parts, ठीक है, 4 parts ਦੇ ਵਿੱਚ डिवाइड कर रही हैं, ठीक है। and each one of them is called quadrants, ठीक है। each one of them called quadrant। ਤਾਂ ਆਪਣੇ ਕੋਲ ਇਸਦਾ ਇਹ ਵਾਲਾ ਹਿੱਸਾ, ਸਾਰਾ ਇਹ ਵਾਲਾ ਹਿੱਸਾ, ਇਹਨਾਂ ਨੂੰ ਆਪਾਂ ਕੀ ਕਵਾਂਗੇ? ਕੁਆਡਰੈਂਟਸ ਕਵਾਂਗੇ, ਠੀਕ ਹੈ। ਤਾਂ ਆਪਣੇ ਕੋਲ ਜੋ ਫਸਟ ਕੁਆਡਰੈਂਟ ਕਿਹੜਾ ਹੋਏਗਾ? एक्स ओ वाई। ਤਾਂ ਆਪਣੇ ਕੋਲ ਦੀ ਰੀਜ਼ਨ एक्स ओ वाई is called फर्स्ट क्वाड्रेंट, ठीक है। सैकेंड ਕਿਹੜੇ ਵਾਲਾ ਰੀਜ਼ਨ ਹੋਏਗਾ ਆਪਣੇ ਕੋਲ? ਆਪਣੇ ਕੋਲ ਕੀ ਹੋਏਗਾ? वाई ओ एक्स डैश। ਤਾਂ ਦੀ ਰੀਜ਼ਨ वाई ओ एक्स डैश is called सेकंड क्वाड्रेंट, ठीक है। थर्ड अपने को एक्स डैश ओ एंड वाई, एक्स डैश ओ वाई डैश called थर्ड क्वाड्रेंट। फोर्थ वाई डैश ओ और एक्स, वाई डैश ओ एक्स। ये अपने को की आ गया? फोर्थ क्वाड्रेंट आ गया अपने को, ठीक है। तो ये ਆਪਾਂ ਨੂੰ बेसिक है जो कि सारे पता ही है ਆਪਾਂ ਨੂੰ, ठीक है। तो ये हो गया अपने को क्वाड्रेंट्स हो गया, ठीक है। नैक्सट अपने को आ गया एंगल्स इन स्टैंडर्ड पोजीशन। की आया अपने को? एंगल इन स्टैंडर्ड पोजीशन।
ਤਾਂ ਐਂਗਲ ਇਨ ਸਟੈਂਡਰਡ ਪੋਜੀਸ਼ਨ ਦਾ ਮਤਲਬ ਕੀ ਹੈ? ਮਤਲਬ ਉਹ ਵਾਲੇ ਐਂਗਲ ਜੋ ਆਪਣੇ ਕੋਲ ਕੀ ਨੇ, ਸਟੈਂਡਰਡ ਪੋਜੀਸ਼ਨ ਦੇ ਵਿੱਚ ਹੈਗੇ ਆ। ਤਾਂ ਇਸ ਦੀ ਡੈਫੀਨੇਸ਼ਨ ਅਗਰ ਆਪਾਂ ਦੇਖੀਏ ਕਿ ਐਨ ਐਂਗਲ is said to be in standard position if its vertex coincide with the origin O and the initial side coincide with OX। मतलब की है that is the position the positive direction of x axis। ठीक है, ਤਾਂ ਕਹਿਣ ਦਾ ਮਤਲਬ ਕੀ ਆਪਣੇ ਕੋਲ ਇੱਕ ਐਂਗਲ ਆਪਣੇ ਕੋਲ ਸਟੈਂਡਰਡ ਪੋਜੀਸ਼ਨ ਦੇ ਵਿੱਚ ਉਸ ਸਮੇਂ ਹੋਏਗਾ ਜਦੋਂ ਆਪਣੇ ਕੋਲ ਵਰਟੈਕਸ ਹੈ, ਜੋ ਉਸਦਾ ਵਰਟੈਕਸ ਮਤਲਬ ਆਪਣੇ ਕੋਲ ਉਹ ਇਹ ਵਰਟੈਕਸ ਹੈ ਫਿਕਸਡ ਪੁਆਇੰਟ ਜੋ ਉਹ ਓਰੀਜਨ ਤੇ ਹੋਏਗਾ ਐਂਡ ਇਨੀਸ਼ੀਅਲ ਸਾਈਡ ਹੁੰਦੀ ਕਿੱਥੇ ਹੋਏਗੀ, ਐਕਸ ਐਕਸਿਸ ਤੇ। ਤਾਂ ਇਹ ਆਪਣੇ ਕੋਲ ਕੀ ਹੋਏਗਾ, ਸਟੈਂਡਰਡ ਪੋਜੀਸ਼ਨ ਦੇ ਵਿੱਚ ਹੋਏਗਾ। ਤਾਂ ਪੋਜ਼ਿਟਿਵ ਡਾਇਰੈਕਸ਼ਨ ਆਫ ਐਕਸ ਐਕਸਿਸ ਆਪਾਂ ਨੂੰ ਪਤਾ ਹੈ ਰਾਈਟ ਸਾਈਡ ਵਾਲੀ ਹੁੰਦੀ ਹੈ, ਤਾਂ ਆਪਾਂ ਕੀ ਕਰਤਾ, ਰਾਈਟ ਸਾਈਡ ਵਾਲੀ ਬਣਾਤੀ, ਉਹ ਐਕਸ ਆਪਣੇ ਕੋਲ ਲਾਈਨ ਬਣਾਤੀ ਜੋ ਕਿ ਇਨੀਸ਼ੀਅਲ ਲਾਈਨ ਹੈ। ਠੀਕ ਹੈ, ਟਰਮੀਨਲ ਲਾਈਨ ਕਿੱਥੇ ਵੀ ਹੋ ਸਕਦੀ ਹੈ, ਇੱਧਰ ਵੀ ਹੋ ਸਕਦੀ ਹੈ, ਇੱਥੇ ਵੀ ਹੋ ਸਕਦੀ ਹੈ, ਇਹ ਵੀ ਹੋ ਸਕਦੀ ਹੈ। ਤਾਂ ਉਸ ਦੇ ਨਾਲ ਆਪਾਂ ਨੂੰ ਐਂਗਲ ਦਾ ਪਤਾ ਲੱਗੇਗਾ ਵੀ ਕਿੰਨਾ ਐਂਗਲ ਹੈ। ਬਟ ਸਟੈਂਡਰਡ ਪੋਜੀਸ਼ਨ ਦੀ ਕੰਡੀਸ਼ਨ ਆਪਣੇ ਕੋਲ ਕੀ ਹੈ ਕਿ ਇੱਕ ਤਾਂ ਆਪਣੇ ਕੋਲ ਵਰਟੈਕਸ ਹੈ ਜਿਹੜਾ ਉਹ ਆਪਣੇ ਕੋਲ ਉਹ ਹੋਣਾ ਚਾਹੀਦਾ, ਮਤਲਬ ਸੈਂਟਰ ਹੋਣਾ ਚਾਹੀਦਾ, ਔਰ ਆਪਣੇ ਕੋਲ ਇਨੀਸ਼ੀਅਲ ਸਾਈਡ ਹੈ ਜੋ ਆਪਣੇ ਕੋਲ ਉਹ ਆਪਣੇ ਕੋਲ ਐਕਸ ਐਕਸਿਸ ਹੋਣੀ ਚਾਹੀਦੀ ਹੈ, ਪੋਜ਼ਿਟਿਵ ਸਾਈਡ ਆਫ ਐਕਸ ਐਕਸਿਸ। ਠੀਕ ਹੈ, ਤਾਂ ਇਹ ਐਂਗਲ ਨੂੰ ਆਪਾਂ ਕੀ ਕਵਾਂਗੇ, ਐਂਗਲ ਇਨ ਸਟੈਂਡਰਡ ਪੋਜੀਸ਼ਨ। ਠੀਕ ਹੈ, ਤਾਂ ਇਹ ਆਪਣੇ ਕੋਲ ਆ ਗਿਆ ਐਂਗਲ ਇਨ ਸਟੈਂਡਰਡ ਪੋਜੀਸ਼ਨ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਐਂਗਲ ਇਨ ਕੁਆਡਰੈਂਟਸ। ਤਾਂ ਨੈਕਸਟ ਆਪਣੇ ਕੋਲ ਕੀ ਆ ਗਿਆ, ਐਂਗਲ ਇਨ ਕੁਆਡਰੈਂਟਸ। एंगल इन क्वाड्रेंट। इस दी डेफिनेशन है अपने कोल, an angle is said to be in a particular quadrant if the terminal side of the angle is standard position lies in the quadrant। ਕੁਆਡਰੈਂਟਸ ਐਂਗਲ ਇਨ ਕੁਆਡਰੈਂਟਸ ਇਹ ਆਪਣੇ ਕੋਲ ਕੀ ਹੁੰਦਾ ਕਿ ਅਗਰ ਆਪਣੇ ਕੋਲ ਇਹ ਵਰਟੈਕਸ O ਔਰ ਇਹ X ਹੈ, ਇਹ ਆਪਣੇ ਕੋਲ ਕਿਹੜੀ ਹੋਗੀ, ਇਨੀਸ਼ੀਅਲ ਸਾਈਡ ਹੋਗੀ ਆਪਣੇ ਕੋਲ। ਠੀਕ ਹੈ, ਇਨੀਸ਼ੀਅਲ ਸਾਈਡ ਹੋਗੀ। ਠੀਕ ਹੈ, ਆਪਾਂ ਨੂੰ ਪਤਾ ਹੈ ਕਿ ਇਹ ਆਪਣੇ ਕੋਲ ਕੀ ਹੈ, y ਐਕਸਿਸ। ਠੀਕ ਹੈ, ਇਹ y ਹੋਗੀ ਆਪਣੇ ਕੋਲ, ਇਹ ਹੈ y ਡੈਸ਼। ਠੀਕ ਹੈ, ਔਰ ਇੱਧਰ ਆਪਣੇ ਕੋਲ ਕੀ ਹੋਗੀ,
एक्स और एक्स डैश होगी। ठीक है, तो ਆਪਾਂ पर्टिकुलर क्वाड्रेंट्स लेना है कि एंगल इन क्वाड्रेंट्स का मतलब की है कि जेकर एंगल की जो टर्मिनल साइड है वो अपने कोल की है, जो टर्मिनल साइड की पोजीशन हैगी वो अपने कोल क्वाड्रेंट दे विच लाई करे, तो क्वाड्रेंट अपने कोल किहड़ा हुंदा है, जो अपने कोल एक्स और वाई दे विच वाला एरिया है। ठीक है, विच वाला रीजन हैगा, ਜਾਂ फिर सैकेंड क्वाड्रेंट किहड़ा अपने कोल वाई ओ एक्स डैश दे अंदर वाला एरिया है। ठीक है, तो मतलब की है अगर ਆਪਾਂ कोई ਲੈਨੇ ਆ एंगल ਲੈਨੇ ਆ उसकी इनिशियल साइड तो ए होगी। ठीक है, टर्मिनल साइड ए होगी, ਜਾਂ फिर ਆਪਾਂ ਇੱਥੇ ਲੈ ਲਈਏ ਤਾਂ ਇਹਨਾਂ ਨੂੰ ਆਪਾਂ ਕੀ ਬੋਲਾਂਗੇ, क्वाड्रेंट एंगल इन क्वाड्रेंट्स। ठीक है, ਜਾਂ फिर ए ले ली, इधर ले ली, ਜਾਂ फिर इधर ले ली। ठीक है, ਇੱਥੇ भी ਲੈ ਸਕਦੇ ਹਾਂ। मतलब ये है कि ये एक्सिस के उपर अपने को टर्मिनल साइड नहीं होनी चाहिए। ठीक है, क्वाड्रेंट्स के अंदर अंदर ही रहनी चाहिए है इन दी क्वाड्रेंट्स। ठीक है, पोजीशन लाई इन दी क्वाड्रेंट्स मतलब की है एक्सिस नू छड्ड के, ये एक्स एक्सिस और ये वाई एक्सिस है, इन्हों छड्ड के अंदर अंदर ही अपने को टर्मिनल साइड रहनी चाहिए है, तो इन्हों आप की कवांगे, एंगल इन क्वाड्रेंट्स कवांगे। ठीक है, तो अगर आप देखिए फॉर एग्जाम्पल, तो अपने को 30 डिग्री लाइज इन फर्स्ट क्वाड्रेंट। ठीक है, 145 लाइज इन सेकंड क्वाड्रेंट। ठीक है, तो इन्हों की टर्मिनल लाइन अपने को कित्थे रहिंदी आ, क्वाड्रेंट्स के अंदर अंदर रहिंदी है। ठीक है, तो ये अपने को की आ गया, एंगल इन क्वाड्रेंट्स। ठीक है, इन्हों आप एंगल इन क्वाड्रेंट्स कहांगे। ठीक है, उस तो बाद अपने को आ गया क्वाड्रेंट्स एंगल, क्वाड्रेंट एंगल। ठीक है, ये किहड़े एंगल होंगे आ, ये एंगल होंगे आ जो कि अपने को एक्सिस उपर लाई करते हैं, क्वाड्रेंट एंगल है। ठीक है, एक्सिस के उपर लाई करते हैं, ये एक्स अपने को एक्स डैश है, वाई है और वाई डैश है। तो की कहांगे इन्हों का, ਆਪਾਂ ਕਵਾਂਗੇ ਇਹਨਾਂ ਦੀ टर्मिनल साइड कित्थे ਹੁੰਦੀ अपने को क्वाड्रेंट्स के एक्सिस के उपर होएगी। ठीक है, आ टर्मिनल साइड इत्थे आ गई, ये अपने को इनिशियल साइड है। ठीक है, या फिर टर्मिनल साइड इधर आ गई, या फिर वाई डैश के उपर आ गई। ठीक है, तो इन्हों आप की कहांगे, क्वाड्रेंट्स एंगल। अगर डेफिनेशन की गल करिए तो आप की लिखांगे, एन एंगल is said to be quadrant angle if the terminal side coincide with one of the axis। ਤਾਂ ਆਪਣੇ ਕੋਲ ਟਰਮੀਨਲ ਸਾਈਡ ਜੋ ਹੈਗੀ ਆ ਉਹ ਇੱਕ ਐਕਸਿਸ ਦੇ ਉੱਪਰ ਆਣੀ ਜ਼ਰੂਰੀ ਆ। ਠੀਕ ਹੈ, ਤਾਂ ਆ ਆਪਣੇ ਕੋਲ ਇਨੀਸ਼ੀਅਲ ਸਾਈਡ ਹੋਗੀ, ਤਾਂ ਦੇਖੀਏ ਤਾਂ ਆਪਣੇ ਕੋਲ ਕੀ ਬਣ ਗਿਆ ਐਂਗਲ, वाई एक्सिस ऊपर टर्मिनल साइड आ गई, तो अपने को 90 डिग्री जो होएगा वो अपने को कित्थे होएगा, किहड़ा एंगल होएगा, क्वाड्रेंट एंगल। अगर एक्स डैश उपर है तो ये किहड़ा एंगल होएगा अपने को, 180 डिग्री का एंगल होएगा अपने को। ठीक है, तो फॉर एग्जाम्पल अगर आप देखिए होर किहड़े किहड़े एंगल बनते हैं, अपने को 90 डिग्री का हो गया, 180 डिग्री हो गया, अगर वाई डैश के उपर आ गया तो 270 डिग्री हो गया, अगर इनिशियल और टर्मिनल साइड एक्स ਉਹਦੇ ਉੱਪਰ ਹੀ ਹੈ ਤਾਂ ਆਪਣੇ ਕੋਲ 360 एंगल हो गया, ਜਾਂ ਇਹਨੂੰ ਆਪਾਂ 0 एंगल भी कह सकते हैं। ठीक है, अगर फिर वाई ਤੇ आ गया अपने को तो 450 एंगल हो गया। ठीक है, तो ये सारे अपने को की है, क्वाड्रेंट्स एंगल है। ਜਾਂ ਇਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ कि अपने को does not lie in any quadrants, terminal side does not lie in any, does not lies in any quadrant।
ਤਾਂ ਲਾਸਟ ਵਾਲੀ ਆਪਾਂ ਜੋ ਐਂਗਲ ਇਨ ਕੁਆਡਰੈਂਟਸ ਕਰੀ ਸੀ ਤਾਂ ਉਸ ਦੇ ਬਿਹਾਫ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਣੇ ਕੋਲ ਕੁਆਡਰੈਂਟਸ ਦੇ ਵਿੱਚ ਟਰਮੀਨਲ ਸਾਈਡ ਲਾਈ ਨਹੀਂ ਕਰਦੀ, ਉਸ ਨੂੰ ਆਪਾਂ ਕੀ ਕਵਾਂਗੇ, ਕੁਆਡਰੈਂਟ ਐਂਗਲ ਕਵਾਂਗੇ। ਠੀਕ ਹੈ, ਤਾਂ ਅਗਰ ਕੁਐਸਚਨ ਦੇਖੀਏ ਆਪਾਂ ਇਹਦੇ ਨਾਲ ਦਾ, which of the following is a quadrant angle, ਤਾਂ A ਆਪਣੇ ਕੋਲ ਹੈ 80 ਡਿਗਰੀ, B 100 ਡਿਗਰੀ, C ਆਪਣੇ ਕੋਲ ਕੀ ਹੈ 150 ਡਿਗਰੀ ਐਂਡ D ਆਪਣੇ ਕੋਲ 180 ਡਿਗਰੀ। ਤਾਂ ਆਪਾਂ ਨੂੰ ਕੀ ਪਤਾ ਹੈ ਕਿ 80 100 ਔਰ 150 ਇਹ ਆਪਣੇ ਕੋਲ ਕੀ ਹੈ ਕੁਆਡਰੈਂਟਸ ਦੇ ਵਿੱਚ ਆਉਂਦੇ ਆ ਔਰ 180 ਆਪਣੇ ਕੋਲ ਐਕਸਿਸ ਦੇ ਉੱਪਰ ਆਉਂਦੀ ਆ। ਠੀਕ ਹੈ, ਤਾਂ ਇਹ ਆਪਣੇ ਕੋਲ ਕੀ ਹੋ ਗਿਆ, ਇਸ ਦਾ ਰਾਈਟ ਆਨਸਰ ਹੋ ਗਿਆ। ਠੀਕ ਹੈ, ਓਕੇ। ਉਸ ਤੋਂ ਬਾਅਦ ਆਪਣੇ ਕੋਲ ਟੌਪਿਕ ਆਉਂਦਾ ਕੋਟਰਮੀਨਲ ਐਂਗਲਸ, ਕੋਟਰਮੀਨਲ ਐਂਗਲਸ। ਠੀਕ ਹੈ, ਕੋਟਰਮੀਨਲਸ ਐਂਗਲ। ਠੀਕ ਹੈ, ਇਸ ਦੀ ਡੈਫੀਨੇਸ਼ਨ ਦੇਖੀਏ ਆਪਣੇ ਆਪਾਂ, ਤਾਂ ਟੂ ਐਂਗਲਸ with different measure but having the same initial side and terminal side, same terminal side। ठीक है, are known as coterminal angles। ठीक है, ਤਾਂ ਕਹਿਣ ਦਾ ਮਤਲਬ ਕੀ ਆਪਣੇ ਕੋਲ ਦੋ ਐਂਗਲਸ ਹੈਗੇ ਆ ਜੋ ਕਿ ਡਿਫਰੈਂਟ ਨੇ। ਠੀਕ ਹੈ, ਮੇਜ਼ਰਮੈਂਟ ਦੇ ਅਕੋਰਡਿੰਗ ਉਹ ਡਿਫਰੈਂਟ ਨੇ। ਠੀਕ ਹੈ, ਬਟ ਉਹਨਾਂ ਦੀ ਇਨੀਸ਼ੀਅਲ ਸਾਈਡ ਔਰ ਟਰਮੀਨਲ ਸਾਈਡ ਆਪਣੇ ਕੋਲ ਕੀ ਆਉਂਦੀ ਹੈ, ਸੇਮ ਆਉਂਦੀ ਹੈ। ਠੀਕ ਹੈ, ਤਾਂ ਫੋਰ ਐਗਜ਼ਾਮਪਲ थर्टी डिग्री and 390 डिग्री आर कोटर्मिनल एंगल्स। ठीक है, और देखिए आप 50 डिग्री एंड 770 डिग्री आर कोटर्मिनल एंगल्स। ठीक है, तो अगर आप इन्हों ड्रा करके देखिए तो अपने को ये अपने को एक्स है, ये ओ है। ठीक है, तो 30 डिग्री अगर आप एंगल ड्रा करिए तो अपने को लगभग इत्थे बनूगा। ठीक है, तो ये अपने को एंगल की हो गया 30 डिग्री का हो गया। उस तो बाद 390 डिग्री का ड्रा करिए तो आप की करा, अपने को इनीशियल साइड है तो अपने को ये रोटेट होया इत्थे तक आ गया। ठीक है, तो ये 360 हो गया, 360 और 330 होर चाहिए अपने को, तो इत्थे तक पहुँच गया। तो इसकी भी अपने को की आ गई, इसके उपर ही आ गई। ठीक है, तो अपने को ये 390 डिग्री हो गया। तो इसकी अपने को की आ गई, जो इनीशियल साइड है और जो टर्मिनल साइड है दोनों सेम आ गई। तो ये दोनों एंगल्स की हो गए वो टर्मिनल्स एंगल्स। नेक्स्ट अगर आप 50 और 750 देखिए, 770 देखिए, तो एक्स वाई और ये अपने को सेंटर किया वो। ठीक है, तो अगर आप 50 एंगल देखिए तो ये लगभग अपने को इत्थे बनूगा। ठीक है, तो ये एंगल अपने को की हो गया 50 डिग्री हो गया। 770 अपने को कित्थे होगा, तो आप की किया, इनीशियल साइड तो चले रोटेट करिया, वन सर्कल पूरा 360 हो गया। नाउ फिर किया आप, तो ये अपने को की हो गया 360 और 360 720 हो गया।
मगर अपने को 50 डिग्री बचा, तो 50 डिग्री अपने को कितने होएगा, इत्थे जाके बनूगा। तो इसकी भी अपने को की होगी, इनिशियल साइड और टर्मिनल साइड की हो गया सेम हो गया। तो ये भी एंगल अपने को की ने, को टर्मिनल्स एंगल्स ने। ठीक है, तो को टर्मिनल्स एंगल्स किहड़े हुंदे आ, जिन्हां दियां अपने को इनिशियल साइड और टर्मिनल साइड्स दोनों सेम होणगियां, बट मेजरमेंट्स दे विच उन्हां अलग अलग होणगे। ठीक है, तो इस दे रिलेटेड आपां क्वेश्चन करते हैं। क्वेश्चन अपने को है, which of the following pairs of angles is coterminal? ए ऑप्शन अपने को है 10 डिग्री एंड 350 डिग्री, बी अपने को है 10 डिग्री एंड 80 डिग्री, सी अपने को है 10 डिग्री एंड 170 डिग्री, और डी अपने को है 10 डिग्री एंड 370 डिग्री अपने को। ਤਾਂ ਆਪਾਂ ਜਾਂ ਤਾਂ ਇਹਨਾਂ ਨੂੰ ਕੀ ਕਰਾਂਗੇ, ਬਣਾ ਕੇ ਦੇਖਾਂਗੇ। ਠੀਕ ਹੈ, ਜਾਂ ਫਿਰ ਇੱਕ ਆਪਣੇ ਕੋਲ ਇਸ ਦਾ ਮੈਥਡ ਹੈ, ਮੈਥਡ 1 ਹੈ ਤਾਂ ਆਪਾਂ ਡਰਾ ਕਰਕੇ ਦੇਖਾਂਗੇ। ਠੀਕ ਹੈ, ਸਾਰੇ ਐਂਗਲਸ ਨੂੰ। ਠੀਕ ਹੈ, ਮੈਥਡ ਸੈਕਿੰਡ ਆਪਣੇ ਕੋਲ ਕੀ ਹੈ ਕਿ ਆਪਾਂ ਡਿਫਰੈਂਸ ਦੇਖਾਂਗੇ। 350 ਮਾਈਨਸ 10 ਦੇਖਾਂਗੇ ਤਾਂ ਆਪਣੇ ਕੋਲ 340 ਹੋਏਗਾ। ਤਾਂ 340 ਤੇ ਆਪਣੇ ਕੋਲ ਇੱਕ ਸਰਕਲ ਪੂਰਾ ਨਹੀਂ ਬਣਦਾ ਹੁੰਦਾ, ਆਪਾਂ ਰੋਟੇਟ ਕਰਦੇ ਹਾਂ, ਇੱਕ ਸਰਕਲ 360 ਦਾ ਹੁੰਦਾ। ਠੀਕ ਹੈ, ਤਾਂ 360 ਜਾ ਕੇ ਫਿਰ ਆਪਣੇ ਕੋਲ ਉਸ ਐਂਗਲ ਦੇ ਟਰਮੀਨਲ ਸਾਈਡ ਦੇ ਸੇਮ ਬਣੇਗੀ। ਤਾਂ 80 ਮਾਈਨਸ 10 ਇਹ ਵੀ ਨਹੀਂ ਹੈ, 170 ਮਾਈਨਸ 10 ਇਹ ਵੀ ਨਹੀਂ ਹੈ, डी ऑप्शन की है 370 माइनस 10 डिग्री, तो 360 डिग्री। ठीक है, तो अपने को की आ गया डी ऑप्शन राइट है, क्योंकि 360 ते जाके अपने को की हो जाएगा, रोटेट हो जाएगा। सॉरी, 360 ते जाके अपने को की होएगा, एक सर्कल पूरा हो जाएगा। ये एंगल अपने को की है 10 डिग्री का। ठीक है, 10 डिग्री का अगर आप 370 बनावांगे तो इनिशियल साइड तो चलांगे, इत्थे जाके अपने को 360 पूरा हो जाएगा, और इत्थे जाके अपने को की होएगा 10 डिग्री ऊपर, तो ये 370 डिग्री हो गया। तो आप की करांगे, डिफरेंस चेक करांगे दोनों एंगल्स का। ठीक है, तो जरूरी नहीं इतने छोटे एंगल ही होणगे। ठीक है, तो इस तो ज़्यादा वैल्यू वाले भी एंगल्स हो सकते हैं, तो आप दोनों का डिफरेंस चेक करांगे। अगर वो डिफरेंस 360 ਦੇ ਮਲਟੀਪਲ ਆ ਜਾਂਦਾ, 360 ਦੇ ਮਲਟੀਪਲ ਆ ਜਾਂਦਾ ਆਪਣੇ ਕੋਲ, ਤਾਂ ਆਪਾਂ ਕੀ ਕਵਾਂਗੇ ਕਿ ਉਹ ਐਂਗਲਸ ਕੀ ਨੇ ਆਪਣੇ ਕੋਲ 360 ਦਾ ਮਲਟੀਪਲ, ਤਾਂ ਉਹ ਐਂਗਲਸ ਆਪਣੇ ਕੋਲ ਕੀ ਨੇ, ਕੋ ਟਰਮੀਨਲਸ ਐਂਗਲਸ। ਠੀਕ ਹੈ, ਤਾਂ ਨੈਕਸਟ ਆਪਾਂ ਨੂੰ ਬੇਸਿਕ ਹੀ ਹੈ, ਪਤਾ ਹੀ ਹੈ, ਵੇਰੀਅਸ टाइप्स ऑफ एंगल्स ਦੀਆਂ टाइप्स ਕਿੰਨੀਆਂ और ਕਿਹੜੀਆਂ-ਕਿਹੜੀਆਂ ਨੇ, ਇਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ, ਪੜ੍ਹਦੇ ਨੇ ਆਪਾਂ। ਤਾਂ ਅਗਰ ਆਪਾਂ ਐਨ ਐਂਗਲ थीटा is said to be, ਇਹ ਆਪਣੇ ਕੋਲ ਅਕਿਊਟ ਐਂਗਲ ਕਦੋਂ ਹੋਏਗਾ, इफ अपने को जो थीटा है वो अपने को 0 डिग्री के इक्वल 0 और 90 के विच होएगा, और 0 के इक्वल होएगा। ठीक है, और एन ऑब्ट्यूज एंगल इफ जो थीटा अपने को 90 डिग्री और 180 डिग्री के विच होएगा। ओके, रिफ्लैक्स एंगल इफ जो अपने को थीटा जो है 180 और 360 के विच होएगा। ठीक है, उस तो बाद ये राइट एंगल इफ थीटा इज इक्वल टू 90 डिग्री। ठीक है, और स्ट्रेट एंगल
इफ थीटा इज इक्वल टू 180 डिग्री। ਤਾਂ ਇਹ ਆਪਣੇ ਕੋਲ ਵੇਰੀਅਸ ਟਾਈਪ ਆਫ ਐਂਗਲਸ ਹੈਗੇ ਆ, ਠੀਕ ਹੈ। ਤਾਂ ਅਗਰ ਕੁਐਸਚਨ ਦੇਖੀਏ ਆਪਣੇ ਕੋਲ, which of the following is not a reflex angle, ठीक है। ਤਾਂ ਆਪਸ਼ਨ ਆਪਣੇ ਕੋਲ ਕੀ ਹੈ, 170 डिग्री, बी है 190 डिग्री, सी अपने को 260 और डी 345 डिग्री। ਤਾਂ ਆਪਾਂ ਨੂੰ ਪਤਾ ਹੈ ਜੋ ਰਿਫਲੈਕਸ ਐਂਗਲ ਹੈ ਉਹ ਆਪਣੇ ਕੋਲ ਕੀ ਹੈ 180 ਔਰ 360 ਦੇ ਵਿੱਚ ਹੁੰਦਾ ਹੈ। ਤਾਂ ਆਪਾਂ ਨੂੰ ਨੋਟ ਇਹ ਰਿਫਲੈਕਸ ਐਂਗਲ ਪੁੱਛਿਆ ਤਾਂ 190 260 ਐਂਡ 345 ਇਹ 180 ਔਰ 360 ਦੇ ਵਿੱਚ ਹੈ, ਤਾਂ ਆਪਣੇ ਕੋਲ ਇਹ ਆਨਸਰ ਆ ਜਾਏਗਾ। ਓਕੇ, ਥੈਂਕ ਯੂ।